ਸਤਿ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਈ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੁ ਨਾਨਕ ਹਰਿ ਭਜ ਮਨਾ ਜੇ ਬਿਦ ਜਲ ਕੋ ਮੀਨਾ ਵਿਗਿਆਨ ਸੋ ਗਾਹੀ ਰਤਿਓ ਨਿਮਖ ਰਹੋ ਜੀ ਉਦਾਸ ਕਹੁ ਨਾਨਕ ਭਜ ਹਰਿ ਮਨਾ ਪਰਿ ਨ ਜਾਗੀ ਭਾਸ ਕਰਨਾ ਕੋਈ ਉਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰਿ ਮਨਾ ਔਰ ਜਾਤ ਹੈ ਰੀਤ ਵਿਰਲ ਗਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਪਾਵਰੇ ਕਿਉ ਨ ਭਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤੇ ਉਤਾਰਨ ਪੈ ਹਰਨ ਮਾਰਿ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਵਸਤ ਤੁਮ ਸਾਥ ਧਨ ਜੀ ਤੋ ਕਉ ਦਿਓ ਤਾਂ ਸਿਉ ਦੇ ਨ ਕੀਨਾ ਕਹੁ ਨਾਨਕ ਨਰ ਬਾਰੇ ਆਪ ਕੀਓ ਦੌਲਤ ਦੀਨਾ ਸਭ ਸੁਖ ਦਾਤਾ ਨਾਮ ਹੈ ਦੂਸਰ ਨਾਹਿ ਨ ਕੋਇ ਕਹੁ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਿਹ ਭਜਰੇ ਨ ਮੀਤ ਕਹੁ ਨਾਨਕ ਸੁਨਰੇ ਮਨਾ ਔਦ ਘਟਤ ਹੈ ਰੀਤ ਆਦ ਪ੍ਰਾਤ ਕੋ ਤਨ ਰਤਿਓ ਜਾਨੋ ਚਤੁਰ ਸੁਨਾਨ ਜਿਹਤੇ ਉਪਜਿਓ ਨਾਨਕਾ ਲੀਨਤਾਈ ਮਹਿਮਾਨ ਕਰ ਕਰ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੁ ਨਾਨਕ ਤੇ ਭਜ ਮਨਾ ਪਉ ਨਿਜ ਉਤਰੈ ਪਾਰ ਸੁਰਤੁ ਜੇ ਪਰਸੈ ਨਹੀਂ ਲੋਭ ਅਰਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਮਿਲਿਆ ਨਾਹੀ ਜਿਹੇ ਕੰਚਨ ਲੋ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਸੁਖ ਜਾਂ ਕੈ ਨਹੀਂ ਬੈਰੀ ਰੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹੈ ਕਾਹੂ ਕੋ ਦੀਤ ਨਹਿ ਨਹਿ ਪੈ ਮਾਨ ਪਿਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਜੇ ਵਿਦਿਆ ਸਕਲੀ ਤਦੀ ਲਿਓ ਪੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤੀਨ ਮਾਥੈ ਭਾਗ ਜੇ ਮਾਇਆ
ਆਪਨ ਤਰੈ ਔਰ ਨ ਲੀਤ ਉਧਾਰ ਜੋ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਜਿਸਨ ਮਾਇਆ ਕਾਰਨੇ ਪ੍ਰਾਨੀ ਦੌਲਤ ਰੀਤ ਤਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ ਅਰਤੀ ਬੁਧ ਬੁਧਾ ਉਪਜੈ ਬਿਨ ਸੈਨੀਤ ਜਗਤ ਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਤਾਨੀ ਕਛੁ ਨ ਚਿਤਈ ਮਨ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰਿ ਭਜਨ ਕਰਤ ਤਾਹੀ ਜਨ ਪੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀਰੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਨਾਨ ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਆਨ ਜੋ ਤਾਤੀ ਨਿਸ ਦਿਨ ਬਦੈ ਰੂਪ ਰਾਮ ਤੇ ਜਾਨ ਹਰਿ ਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਮਾਇਆ ਮੈਂ ਭਗ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰਿ ਭਜਨ ਜੀਵਨ ਮਨ ਮਾਇਆ ਕੈ ਅੰਧ ਕਹੋ ਨਾਨਕ ਹਰਿ ਭਜਨ ਬਿਨਾ ਪਰਤ ਤਾਹੀ ਜਨ ਭੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਨਦ ਫਿਰਿਓ ਮਿਟਿਓ ਨ ਜਨ ਕੋ ਪ੍ਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਭਾਵੇਂ ਵਾਸ ਜਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤਿ ਸਿਉ ਨਾਨਕ ਬੰਦਿਓ ਰਾਜ ਦਿਓ ਭਗਵਾਨ ਆਜ ਜਵਾਨੀਆਂ ਬਿਰਦ ਹੋਣਾ ਤੀਨੇ ਅਵਸਥਾ ਜਾਨ ਕਹੋ ਨਾਨਕ ਹਰਿ ਭਜਨ ਬਿਨਾ ਬਿਰਥਾ ਆਪ ਕਿਉ ਰੋਵਤ ਅੰਧ ਮਨ ਮਾਇਆ ਮੇ ਰੰਗ ਰਹਿਓ ਨਿਕਸਤ ਨਾਹਿ ਨ ਮੀਤ ਨਾਨਕ ਮੂਰਤ ਚਿਤਰ ਜਿਉ ਜਾਗਤ ਨਾਹਿ ਨ ਪੀਤਾ ਨਾ ਚਾਹਤ ਕਛ ਔਰ ਕੀ ਔਰ ਪਈ ਇਕਵਤ ਰਹਿਓ ਟਗੋਰਾ ਨਾਨਕ ਫਾਂਸੀ ਗਲ ਪਾਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰਿ ਭਾਵੇ ਸੋ ਹੋਏ ਜਗਤ ਤਿਮਹਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੈ
भगत भगवान जे प्राणी कै नाहे मान जैसे सुख स्वान नानक मानो ताहि तन स्वामी को गे जो सदा स्वान प्रजत नहीं लेत नानक ये विदार पजो एक मन हो एक चेता यह पर प्यार दान कार मन में करे गुमान नानक निर्फल जात ते ज्यों कुंच इशनान प्यो पग डगमगे नैन जोत ते हीना कहो नानक हे विद पाई तऊ नार सलीना निरंकार देखे जगत में को काहू को नाहे नानक तेरा भगत है तेरा को मन माहे सब रचना सब झूठ है जान ले हो रे मीत कहे नानक तेरे नार है जो बालू की पीता जाग गयो रावण गयो जाको बहु परवार कहो नानक तेरे कछ नहीं सुपने जो संसार चिंता ताकी कीजिए जो अनहोनी होए ये मार्ग संसार को नानक धीर नहीं कोए जो उपजो सो बिनस है परो आज कै काल नानक हर गुण गाए ले छाड़ सकल जंजाल बाल शुद्ध क्यों बंधन परे कछु न हो देव पाए कहो नानकिया बेहोट हार गज जियो हो सहाय बांधोआ बंधन छुटे सब किछ हो देव पाए नानक सब किछ तुम रहे हाथ में तुम ही होत सहाय सांग सखा सब लग गए को न निभो साथ कहो नानक ये विपत में टेक एक रघुनाथ नारो साधु रहे हो गुर गोविंद कहो नानक ये जगत में किन जपियो गुरमंत राम नाम उर में गए हो जाके सम नहीं कोए ये सिमरत संकट मिटै दर्श तुहारो राम नाम उर में गए हो जाके सम नहीं कोए ये सिमरत संकट मिटै दर्श तुहारो महला पनवा थाल विच तिन वस्तु पइयो सब संदोख विचारो अमृत नाम ठाकुर का कहियो जिसका सबस आधारो जे को खावे जे को पूछे इसका होए उधारो ये है वस्त्र
ਪਸਾਰੋ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਰੀ ਮੇਰੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਕਯੋਈ ਤਰਸ ਪਿਆ ਮੇਰਾ ਮੁਟ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਾਰਿਆ ਤਰਸ ਪਿਆ ਮੇਰਾ ਮੁਟ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਾਰਿਆ ਅਰੇ ਗਾਇਨ ਪਾਤਰ ਟੁਟਿਆ ਮਾਲ ਤੋਂ ਸਕੇ ਅਲਾਪੈ ਸੰਗ ਰਾਗਨੀ ਪੰਤੂ ਥਾਪੈ ਗੁਣ ਕਰੀ ਅਰਦੇ ਗੰਦਾਰੀ ਸ੍ਰੀ ਹੁਟੀ ਜਾਈ ਤਨਾ ਸ੍ਰੀ ਪੰਚੁ ਗਾਈ ਮਾਲਾ ਕੁਸ ਸੰਗਰਾਈ ਮਾਲ ਮਸਤੀਆਂ ਜੁਮੀ ਵਾਰਾ ਤਰ ਚੰਦ ਕੋ ਸਕੇ ਭਾਰਾ ਹੋ ਕਟਿਓ ਧੋਰਾ ਨੰਦ ਗਾਈ ਮਾਲ ਕੁਸ ਸੰਗਰਾਈ ਪੁਨੇ ਆਇਓ ਵਿੰਦੋਲ ਤੰਜ ਨਾਲ ਸੰਗੇ ਸੁਤ ਉਠੇ ਕਾਨ ਕੁਲੋ ਗਾਇ ਕਾ ਮਿਲਾਵੀ ਤੇਰੰਗੀ ਦੇਵ ਕਰੀ ਆਈ ਬਸੰਤੀ ਸੰਤੂ ਸਹਾਈ ਸਰਸਤੀ ਲੈ ਕਾਰਜਾ ਸਗਲਾਈ ਪੰਤੂ ਆਰਜਾ ਸਰਮਾਨਾ ਭਾਂਸ ਕਰਿ ਆਈ ਚੰਦਰ ਬਿਨ ਮੰਗਲ ਸੁਹਾਈ ਸਰਸਵਾਨ ਆਏ ਬਿਨੋਦਾ ਗਾਵੇ ਸਰਸਤ ਸੰਤ ਕਮੋਦਾ ਰੰਗ ਲਾਤੋਂ ਗੋ ਫਕੀਰਾ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਤੀਰਾ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਤੀਰਾ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਨ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦੂਰੋਂ ਨੇੜਿਓਂ ਚੱਲ ਕਰਕੇ ਪਹੁੰਚੇ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਸਿੱਖ ਸੰਤਾਂ ਨੂੰ ਭਲੀ ਭਾਂਤ ਪਤਾ ਹੈ ਜੋ ਕਿ ਸਤਿਕਾਰਯੋਗ ਸਰਦਾਰ ਸ਼ਿਵਦੇਵ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਕੰਗ ਜੀ ਕਹਿੰਦੇ ਸਨ ਮਾਲਕ ਵੱਲੋਂ ਬਖਸ਼ਿਸ਼ ਕੀਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਲੈ ਕੇ ਸਮਾਰਟ ਲੋਕ ਤੇ ਆਏ ਸਨ ਜਿਨ ਤੋਂ ਭੇਜੇ ਤਿਨੇ ਬੁਲਾਏ ਦੀ ਮਾਂ ਵਾਕਾਂ ਅਨੁਸਾਰ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਸੰਸਾਰ ਤੋਂ ਯਾਤਰਾ ਕਰਦੇ ਹੋਏ ਸਮੁੱਚੇ ਪਰਿਵਾਰਕ ਜੀਵ ਇਹਨਾਂ ਦੀ ਸੁਪਤਨੀ ਸਤਿਕਾਰਯੋਗ ਭੈਣ ਜੀ ਲਿਵਲੀਨ ਕੌਰ ਤਥਾ ਸਮੁੱਚਾ ਕੰਗ ਪਰਿਵਾਰ ਆਪਣੇ ਸਗੇ ਸੰਬੰਧੀਆਂ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਕੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਬਰਾਜੇ ਨੇ। ਅੱਜ ਉਹਨਾਂ ਦੇ ਸਮੁੱਚੇ ਪਰਿਵਾਰ ਸਤਿਕਾਰਯੋਗ ਭੈਣ ਜੀ ਲਿਵਲੀਨ ਕੌਰ ਤਥਾ ਸਮੂਹ ਸਾਧ ਸੰਗਤ ਨੇ ਇਕੱਤਰ ਹੋ ਕੇ ਜੋ ਕਿ ਪਿਛਲੇ 16 ਤਰੀਕ ਨੂੰ ਅਕਾਲ ਚਲਾਣਾ ਕਰਕੇ ਸਨ ਉਹਨਾਂ ਦੇ ਨਿਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ
ਗੁਰਦੁਆਰਾ ਸਿੱਖ ਸੈਂਟਰ ਵਿਖੇ ਪਾਏ ਗਏ ਨੇ। ਆਪ ਸਿੱਖ ਸੰਗਤਾਂ ਪਰਿਵਾਰ ਨਾਲ ਹਮਦਰਦੀ ਰੱਖਦਿਆਂ ਹੋਇਆਂ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ, ਪਰਿਵਾਰ ਨੂੰ ਢਾਸ ਦੇਣ ਵਾਸਤੇ ਭਾਈ ਸ਼ਿਵਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਹੀ ਸ਼ਾਮਲ ਹੋਣ ਵਾਸਤੇ ਆਏ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸੁਖ ਸ਼ਾਂਤੀ ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਆਓ ਕੁਝ ਸਮੇਂ ਵਾਸਤੇ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ। ਸਾਂਝ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਅਨੁਸਾਰ ਜਦੋਂ ਵੀ ਕੋਈ ਜੀਵ ਚੜ੍ਹਾਈ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਸਾਨੂੰ ਪਾਵਨ ਪਵਿੱਤਰ ਬਾਣੀ ਦਾ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਣਾ ਚਾਹੀਦਾ ਹੈ, ਕਿਉਂਕਿ ਪਾਵਨ ਪਵਿੱਤਰ ਬਾਣੀ ਹੀ ਐਸੀ ਹੈ ਜਿਹੜੀ ਟੁੱਟੇ ਹੋਏ ਦਿਲ ਨੂੰ, ਥਿੜਕੇ ਹੋਏ ਜੀਵ ਨੂੰ ਢਾਸ ਦਿੰਦੀ ਹੈ। ਇਦਾਂ ਕਹਿ ਲਓ, ਜਿਉ ਮੰਦਰ ਕੋ ਥਾਮੇ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਹਾਂ, ਦੁੱਖ ਤਾਂ ਹੈ, ਆਮ ਕਰਕੇ ਆਪਾਂ ਕਹਾਵਤਾਂ ਵੀ ਸੁਣਦੇ ਆ ਕਿ ਜੇ ਦਰਖਤ ਨਾਲ ਟਾਹਣੀ ਟੁੱਟੇ ਜਾਂ ਟਾਹਣੀ ਨਾਲ ਪੱਤਾ ਵੀ ਟੁੱਟੇ ਤੇ ਸਿੰਮ ਆਉਂਦੀ ਹੈ। ਫਿਰ ਜਿਸ ਇਨਸਾਨ ਦੇ ਨਾਲ ਬਹਿ ਕੇ ਗੱਲਾਂ ਕੀਤੀਆਂ ਹੋਣ ਜਾਂ ਜਿਸ ਦੀ ਉਂਗਲ ਫੜ ਕੇ ਗਲੀਆਂ ਬਾਜ਼ਾਰਾਂ ਵਿੱਚ ਚੱਲਣਾ ਸਿੱਖਿਆ ਹੋਵੇ, ਜਿਸ ਨੇ ਲਿਆਕਤ ਨਾਲ ਬੋਲਣਾ, ਲਿਆਕਤ ਨਾਲ ਚੱਲਣਾ ਸਿਖਾਇਆ ਹੋਵੇ, ਜਦੋਂ ਐਸਾ ਪਰਿਵਾਰਕ ਜੀਵ, ਉਹ ਵੀ ਘਰ ਦਾ ਮੋਢੀ ਤੁਰੇ ਤੇ ਫਿਰ ਅੱਖਾਂ ਤੇ ਸ਼ਰਕੀ ਆਉਂਦੀਆਂ ਨਾ, ਰੋਣ ਤੇ ਆਉਂਦਾ ਹੀ ਹੈ, ਪਰ ਉਹਦੀ ਰਜਾ ਹੈ ਇਸ ਭਾਣੇ ਨੂੰ ਭਾਵੇਂ ਕੋਈ ਉਹਦੀ ਰਜਾ ਕਹਿ ਕੇ ਮੰਨ ਲੈ ਤੇ ਭਾਵੇਂ ਦੁਖੀ ਹਿਰਦੇ ਨਾਲ ਮੰਨ ਲੈ, ਮੰਨਣੀ ਪੈਣੀ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਅਕਾਲ ਚਲਾਣਾ ਸਰੀਰ ਕਰਕੇ ਕਰਨ ਲੱਗੇ ਨਾ, ਤੇ ਉਹਨਾਂ ਆਪਣੇ ਸਮੁੱਚੇ ਪਰਿਵਾਰ ਤੇ ਸਖੇ ਸੰਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਇਕੱਤਰ ਕਰ ਲਿਆ। ਸਾਰੀ ਸਿੱਖ ਸਾਧ ਸੰਗਤ ਉਹਨਾਂ ਦੇ ਨਜ਼ਦੀਕ ਆ ਕੇ ਬੈਠ ਗਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਿਆਰਿਓ, ਹੁਣ ਸਾਡਾ ਸਰੀਰ ਕਰਕੇ ਜਿਹੜਾ ਅੰਤ ਹੈ ਉਹ ਬੜਾ ਨਜ਼ਦੀਕ ਹੈ। ਅਸੀਂ ਸਰੀਰ ਕਰਕੇ ਤੁਹਾਨੂੰ ਸਦੀਵ ਕਾਲ ਲਈ ਥੋੜਾ ਦਵਾਂਗੇ। ਆਤਮਿਕ ਤੌਰ ਤੇ ਸਾਡੀ ਜਿਹੜੀ ਜੋਤ ਹੈ, ਆਤਮਾ ਹੈ, ਉਹ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰੇ। ਯਾਨੀ ਕਿ ਵਿਚਾਰਧਾਰਾ ਉਹੀ ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਈ, ਇਹੀ ਵਿਚਾਰਧਾਰਾ ਅੱਗੇ ਲੈ ਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਰਨਗੇ। ਸਰੀਰ ਕਰਕੇ ਅਸੀਂ ਚੱਲੇ ਹਾਂ। ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ ਇਕੱਠਿਆ ਕੀਤਾ। ਉਸ ਵਕਤ ਦੇ ਸਮੇਂ ਦੇ ਬੋਲਾਂ ਨੂੰ, ਵਿਚਾਰਾਂ ਨੂੰ ਉਹਨਾਂ ਦੇ ਪੜਪੋਤੇ ਬਾਬਾ ਸੁੰਦਰਦਾਸ ਨੇ ਕਲਮਬੰਦ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਅੰਕਿਤ ਕਰਕੇ ਤੇ ਰਾਮ ਕਲੀ ਸਤ ਨਾਮ ਦੀ ਬਾਣੀ ਦਾ ਦਰਜਾ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਆਪਾਂ ਗੱਲ ਕਰਦੇ ਆ ਰਹੇ ਸਾਂ ਵੀ ਅੱਖਾਂ ਛਲਕਦੀਆਂ, ਰੋਣ ਆਉਂਦਾ ਹੈ। ਕੋਈ ਪਰਿਵਾਰ ਮੋਢੀ ਜੀਵ ਹੋਵੇ ਜਿਸ ਦੀ ਅਤਿਅੰਤ ਪਰਿਵਾਰ ਨੂੰ ਤਾਂ ਲੋੜ ਹੈਗੀ ਹੈ, ਹੋਰ ਵੀ ਸੱਜਣਾ ਮਿੱਤਰਾਂ ਨੂੰ ਲੋੜ ਸੀ ਉਹਨਾਂ ਦੀ, ਪਰ ਉਹ ਚਲੇ ਗਏ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਾਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ, ਸਾਧ ਸੰਗਤ ਨੂੰ ਉਪਦੇਸ਼ ਕਰ ਰਹੇ ਨੇ। ਸਤਿਗੁਰੂ ਭਾਣੀ ਆਪਣੀ ਬਹਿ ਪਰਿਵਾਰ ਸਦਾਇਆ,
मत मैं पिछे कोई रोग सी सो मैं लोलना पाया। साहब जी कहने लगे प्यारिओ ਅਸੀਂ ਅੱਜ ਚੱਲੇ ਆ ਤੇ ਸਾਡੇ ਜਾਣ ਤੋਂ ਬਾਅਦ ਤੁਸੀਂ ਰੋਣਾ ਨਹੀਂ। ਹੁਣ ਜਿਨ੍ਹਾਂ ਦਾ ਅਥਾਹ ਪਿਆਰ ਸੀ ਭਾਈ ਪਾਰੋ ਜੀ ਵਰਗੇ ਜਾਂ ਬਾਬਾ ਬੁੱਢਾ ਸਾਹਿਬ ਜੀ ਵਰਗੀ ਹੋਰ ਗੁਰੂ ਦੀਆਂ ਸਿੱਖ ਸੰਗਤਾਂ ਉਹਨਾਂ ਨੇ ਹੱਥ ਜੋੜੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸੰਗਤਾਂ ਕਹਿਣ ਲੱਗੀਆਂ ਸਤਿਗੁਰੂ ਜੀ ਤੁਹਾਡੇ ਨਾਲ ਨੇੜਤਾ ਹੀ ਇੰਨੀ ਹੈ ਤੁਸੀਂ ਸਰੀਰ ਕਰਕੇ ਚੱਲੋਗੇ ਤੇ ਸਾਡੀਆਂ ਅੱਖਾਂ ਤੇ ਭਾਰੀ ਆਉਣੀਆਂ ਨਾ ਗਲਾ ਤੇ ਭਾਰੀ ਆਵੇਗਾ। ਤੇ ਸਤਿਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ ਸੀ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀ। ਗੁਰਦੇਵ ਕਹਿਣ ਲੱਗੇ ਸਾਡੇ ਜਾਣ ਤੋਂ ਬਾਅਦ ਤੁਸੀਂ ਪਾਵਨ ਬਾਣੀ ਦਾ ਓਟ ਆਸਰਾ ਲੈਣਾ ਹੈ क्योंकि ये पावन पवित्र बाणी जीव आत्मा का भला करती है ते परिवार को ढास देंदी। ये जीव आत्मा जेड़ी साडे विच जीव है ये शरीर ते जीव बड़े नजदीक ने बड़े क्लोज ने। आम करके मनुख दा होर भावें परिवारक मैंबर होण जां जायदाद होवे जां होर भी किसे नाल अथाह प्यार होवे इन्नी नेड़ता भागा वालों होर किसे नाल नहीं हुंदी जिन्नी इस शरीर दी इस जीव आत्मा दे नाल है। क्योंकि जिन्ना चिर ये साह प्राण जिन्ना चिर ये जीव संसार जीव इस हिरदे विच चलदा है शरीर विच प्रवेश करया रहिंदा है उन्ना चिर इस शरीर दी ਜਿਹੜੀ ਇਹ ਜੈ ਜੈਕਾਰ ਹੈ ਉਹਨਾਂ ਦੇ ਇਸ ਸਰੀਰ ਨੂੰ ਹਰ ਕੋਈ ਬੁਲਾ ਕੇ ਕਵਾ ਕੇ ਮੰਗਦਾ ਹੈ। ਪਰ ਚੇਤੇ ਰੱਖਣਾ ਜਿੱਦਣ ਇਹ ਜੀਵ ਆਤਮਾ ਇਹ ਸਰੀਰ ਨੂੰ ਛੱਡਦੀ ਹੈ ਸਾਹਿਬ ਜੀ ਕਹਿੰਦੇ ਟਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਚੀ ਚੱਲਿਆ ਤਾਂ ਤਨ ਖਾਕੂ ਕਰਾ। ਜਿੱਦਣ ਜੀ ਦੇ ਜੇ ਪ੍ਰਾਣ ਅਲੱਗ ਹੁੰਦੇ ਨੇ उस दिन ये शरीर कोई मैना नहीं रखता उस दिन शरीर कोई वैल्यू नहीं रखता क्योंकि ये मिट्टी की ढेरी है। शरीर जीव आत्मा नूं कहंदा है भी तू मैनू छड्ड के ना जा। गुरु अर्जन साहब महाराज जी ने इस शरीर दे ते इस जीव दे सवाल ते जवाब करवाए। सतगुरु जी ने बड़ा नेड़े हो के वेख्या एक दफा ये आत्मा नूं शरीर कह रहे मारू राग दे अंदर गुरु ग्रंथ साहिब जी की पावन पवित्र बाणी दे वचन ने भी शरीर जीव आत्मा नूं कहंदा कि तू मैनू छड्ड के ना जाए। जे तू मैनू छड्ड दिता ते मैनू अगलियां ने साड़न लगियां दफनाउण लगियां रोड़न लगियां जां होर किसी जीव जंतुओं के वस पाउण लगिया समा नहीं उड़ाउणा। धन कहे तू वस मैं ना ये धन शरीर नूं कहंदे धन लफ्ज़ गुरबाणी विच कईयां तरहां नाल आया है। धद्दा नन्ना धन करके भी आवेगा धद्दे विच भी नन्ना धन करके आवेगा धद्दा ते नन्ने नूं औंकड़ नाल भी आवेगा धद्दा ते नन्ने नूं सिहाई नाल भी करके आवेगा। ये पंक्ति डिपेंड करती है कि इस धन का आखिरी अर्थ की बनना इसकी वडियाई करनी है ਜਾਂ ਮਾਇਆ ਦੀ ਗੱਲ ਹੈ ਜਾਂ ਇਸਤਰੀ ਦੀ ਗੱਲ ਹੈ ਜਾਂ ਸਰੀਰ ਦੀ ਗੱਲ ਇਹ ਤੇ ਪੰਕਤੀ ਅਨੁਸਾਰ ਚੱਲੇਗਾ। ਖੈਰ ਇਹ ਵਿਸ਼ਾ ਲੰਮਾ ਹੈ। ਸਾਹਿਬ ਜੀ ਕਹਿੰਦੇ ਸਰੀਰ ਨੇ ਸਵਾਲ ਕੀਤਾ ਜੀਵ ਆਤਮਾ ਕਿਉਂਕਿ ਇਹ ਸਰੀਰ ਕਾਇਆ ਹੈ ਜੀਵ ਇਸਤਰੀ ਦੇ ਨਾਲ ਇਸ ਨੂੰ ਤੁਲਨਾ ਦਿੱਤੀ ਹੈ ਤੇ ਜਿਹੜੀ ਸਾਡੇ ਅੰਦਰ ਆਤਮਾ ਹੈ ਜਿਸ ਨੂੰ ਅਸੀਂ ਜੀਵ ਕਹਿੰਦੇ ਆ ਇਹਨੂੰ ਪਤੀ ਕਰਕੇ ਸਤਿਗੁਰਾਂ ਨੇ ਬਿਆਨਿਆ ਧੰਨ ਕਹੇ तू वासमय नाले प्रिय सुखवासी बाल गोपाले तुझे बिना हो कभी ना देखे वचन दे छोड़ ना जासा। शरीर ने आत्मा ने किया कि मेरे नाल वादा कर वचन कर भी तू मैनू छड्ड के ना जाए क्योंकि जिन्ना चिर तू मेरे नाल है मैनू किसी दी परवाह नहीं मैं किसी दी परवाह नहीं करता
ਪਰ ਚੇਤੇ ਰੱਖੀ ਤੇਰੇ ਅਲੱਗ ਹੋਣ ਦੀ ਦੇਰ ਹੈ ਤੇ ਇਹਨਾਂ ਨੇ ਮੈਨੂੰ ਜਿਹੜਾ ਹੈ ਸਾੜਨ ਲੱਗਿਆ, ਦਫਨਾਉਣ ਲੱਗਿਆ, ਕੋਈ ਸਮਾਂ ਨਹੀਂ ਲਾਉਣਾ। ਮੈਂ ਇਹਨਾਂ ਦੇ ਤੇਰੇ ਹੁੰਦਿਆਂ ਇਹਨਾਂ ਦੀ ਪਰਵਾਹ ਵੀ ਨਹੀਂ ਕਰਦਾ। ਪਰ ਅੱਗੋਂ ਜਿਹੜੀ ਆਤਮਾ ਹੈ, ਜਿਹੜਾ ਜੀਵ ਹੈ, ਇਹ ਇਸ ਸਰੀਰ ਨੂੰ ਕਹਿ ਰਿਹਾ ਹੈ ਵੀ ਅਸਲ ਵਿੱਚ ਮੈਨੂੰ ਤੇਰੀ ਕੋਈ ਪਰਵਾਹ ਨਹੀਂ, ਮੈਂ ਤੇਰੇ ਨਾਲ ਸਦੀਵ ਕਾਲ ਵਾਸਤੇ ਨਹੀਂ ਰਹਿ ਸਕਦਾ, ਮੈਂ ਵੀ ਕਿਸੇ ਦਾ ਬੱਧਾ ਹੈ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੇ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹਉ ਕਤੀ ਨਾ ਲੇਖੇ, ਵਚਨ ਦੇ ਛੋਟ ਨਾ ਜਾਸਾ ਹੈ। ਫਿਰ ਕਹਿਆ ਹਉ ਹੁਕਮੀ ਬੰਦਾ, ਫਿਰ ਇਹ ਆਤਮਾ ਕਹਿਣ ਲੱਗੀ ਵੀ ਮੈਂ ਤੇ ਹੁਕਮ ਵਿੱਚ ਬੱਝੀ ਹੋਈ ਹਾਂ। ਫਿਰ ਕਹਿਆ ਹੁਕਮੀ ਬੰਦਾ, ਉਹ ਭਾਰੋ ਠਾਕਰ ਜਿਸ ਕਾਣ ਦਾ ਛੰਦਾ, ਕਹਿੰਦੇ ਉਹ ਜਿਹੜਾ ਮੇਰੇ ਮਗਰ ਖੜਾ ਹੈ, ਮੇਰੇ ਉੱਤੇ ਖੜਾ ਹੈ, ਜਿਹੜਾ ਮੇਰਾ ਮਾਲਕ ਹੈ, ਉਹ ਕਿਸੇ ਦੀ ਮੁਤਾਜਗੀ ਨਹੀਂ ਝੱਲਦਾ, ਉਹਨੂੰ ਕਿਸੇ ਦਾ ਡਰ ਭੈ ਨਹੀਂ। ਉਹ ਭਾਰੋ ਠਾਕਰ ਜਿਸ ਕਾਣ ਨਾ ਛੰਦਾ, ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜਿੰਨਾ ਚਿਰ ਉਹਨੇ ਮੈਨੂੰ ਆਗਿਆ ਦਿੱਤੀ ਮੈਂ ਉਹਨਾਂ ਚਿਰ ਤੇਰੇ ਨਾਲ, ਜਿੱਦਣ ਉਹਨੇ ਮੈਨੂੰ ਆਵਾਜ਼ ਦਿੱਤੀ ਮੈਂ ਤੈਨੂੰ ਛੱਡ ਕੇ ਚਲੇ ਜਾਣਾ, ਭਾਵੇਂ ਤੇਰੀ ਕਿੰਨੀ ਵੀ ਸੰਸਾਰ ਨੂੰ ਲੋੜ ਕਿਉਂ ਨਾ। ਕਿਉਂਕਿ ਜਿਹਾ ਚੀਨੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਿਹੜਾ ਜੀਵ ਨੂੰ ਸਰੀਰ ਦੇ ਵਿੱਚ ਭੇਜਦਾ ਹੈ, ਇੱਕ ਨਾ ਇੱਕ ਦਿਨ ਉਹਨੇ ਆਵਾਜ਼ ਮਾਰਨੀ, ਭਾਵੇਂ ਸੰਸਾਰ ਦਾ ਅਮੀਰ ਤੋਂ ਅਮੀਰ ਵਿਅਕਤੀ ਕਿਉਂ ਨਾ ਹੋ। ਕਿਉਂਕਿ ਮੇਰੀ ਕਿਆ ਕਰੀ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਇੱਥੇ ਕਰੋੜਾਂ ਦੀ ਜਾਇਦਾਦ ਛੱਡ ਕੇ ਸੰਸਾਰ ਤੋਂ ਕੂਚ ਕਰਦੇ ਇਨਸਾਨ ਵੇਖੇ ਗਏ। ਮੈਂ ਫਾਰ ਐਗਜ਼ਾਮਪਲ ਛੋਟੀ ਜੀ ਉਦਾਹਰਨ ਦਵਾਂ। ਆ ਯੂਨਾਨ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਹੋਇਆਂ ਪੰਜਾਬ ਦੀ ਹੱਦ ਨੂੰ ਟੱਚ ਕਰਦਾ ਏ ਸਿਕੰਦਰ ਬਾਦਸ਼ਾਹ, ਦੁਨੀਆ ਦਾ ਜੇਤੂ ਬਾਦਸ਼ਾਹ ਮੰਨਿਆ ਗਿਆ। ਇਸ ਸਿਕੰਦਰ ਬਾਦਸ਼ਾਹ ਨੇ ਪਰਨ ਕੀਤਾ ਸੀ ਮੈਂ ਵਰਲਡ ਜਿੱਤਣਾ ਹੈ। ਇਹ ਪੰਜਾਬ ਦੀਆਂ ਹੱਦਾਂ ਤੱਕ ਗਿਆ। ਜਿਹੜਾ ਵੀ ਇਹਦੇ ਰਸਤੇ ਦੀ ਰੁਕਾਵਟ ਬਣਿਆ, ਇਹਨੇ ਉਹਨੂੰ ਜਿੱਤਿਆ, ਉਹਨੂੰ ਹਰਾਇਆ ਤੇ ਆਪਣਾ ਰਾਜ ਸਥਾਪਿਤ ਕੀਤਾ। ਕੋਈ ਉਮਰ ਇਹਦੀ ਜ਼ਿਆਦਾ ਨਹੀਂ ਸੀ। ਤਵਾ ਦੇ ਬੰਨੇ ਕਹਿੰਦੇ ਨੇ ਪੌਣੇ 33 ਸਾਲ ਦੀ ਉਮਰ ਸੀ ਜਦੋਂ ਇਹਨੇ ਬਹੁਤੇ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ। ਵਾਪਸ ਪਰਤਿਆ ਪੰਜਾਬ ਤੋਂ ਇਤਿਹਾਸ ਨਵੇੜਾ। ਜਦੋਂ ਵਾਪਸ ਪਰਤ ਰਿਹਾ ਹੈ ਤੇ ਇਹਨੂੰ ਐਸੀ ਬਿਮਾਰੀ ਲੱਗੀ ਜਿਹੜਾ ਦੁਨੀਆ ਨੂੰ ਜਿੱਤਣ ਦਾ ਦਾਅਵਾ ਕਰਦਾ ਸੀ, ਬਿਮਾਰੀ ਨੇ ਜਿੱਤ ਲਿਆ। ਇਹ ਮੰਜੇ ਉੱਤੇ ਡਿੱਗਾ ਹੈ, ਮੰਜੇ ਉੱਤੇ ਪਿਆ ਹੋਇਆ ਤੇ ਆਪਣੇ ਐਤਕਾਰਾਂ ਨੂੰ ਕੋਲ ਬੁਲਾ ਕੇ ਕਹਿਣ ਲੱਗਾ, ਉਹ ਭਰਾਓ ਵੇਖੋ ਤੁਹਾਡੀ ਖਾਤਰ ਮੈਂ ਕਿੰਨਾ ਖੂਨ ਡੋਲਿਆ, ਤੁਹਾਡੀ ਖਾਤਰ ਮੈਂ ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ, ਕਿੰਨੀ ਧਨ ਦੌਲਤ ਤੁਹਾਨੂੰ ਇਕੱਠਿਆਂ ਕਰਕੇ ਦਿੱਤੀ, ਹੁਣ ਮੇਰੀ ਮਦਦ ਕਰੋ। ਮਦਦ ਕੀ ਸੀ? ਕਹਿਣ ਲੱਗੇ ਐ ਰਾਜਨ ਦੱਸ ਤੇਰੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਸਿਆਣੇ ਕਹਿਰ ਮੰਤਰੀ ਇਕੱਠੇ ਹੋਏ, ਕਹਿਣ ਲੱਗਾ ਮੈਨੂੰ ਮੌਤ ਤੋਂ ਬਚਾਓ, ਮੌਤ ਮੇਰੇ ਨਜ਼ਦੀਕ ਹੈ, ਮੈਨੂੰ ਦਿਸਦੀ ਪਈ ਹੈ। ਤੇ ਜਿਹੜੇ ਮੰਤਰੀ ਸਨ, ਜਿਹੜੇ ਐਰਕਾਰ ਸਨ, ਜਿਹੜੇ ਇਹਦੇ ਨਜ਼ਦੀਕ ਹੋਏ, ਕਦਮ ਕਦਮ ਪਿੱਛੇ ਹਟ ਕੇ ਤੇ ਉਹਨਾਂ ਨੇ ਸਿਰ ਸੁੱਟ ਲਿਆ। ਕਹਿਣ ਲੱਗੇ ਰਾਜਨ ਜਿੱਥੇ ਕਹੇ ਚੁੱਕ ਕੇ ਲੈ ਜਾਂਦੇ ਆ, ਜਿਹੜਾ ਦੁਨੀਆ ਦਾ ਮੰਨਿਆ ਪਰਮੰਨਿਆ ਹਕੀਮ ਕਹੇ ਤੇਰੇ ਕੋਲ ਲੈ ਆਉਣੇ ਆ, ਪਰ ਜੇ ਤੂੰ ਕਹੇ ਮੌਤ ਤੋਂ ਬਚਾਓ ਤੇ ਮੌਤ ਤੋਂ ਅਸੀਂ ਨਹੀਂ ਬਚਾ ਸਕਦੇ। ਇਹ ਜਿਹਦੀ ਆਈ ਹੈ ਉਹਨੇ ਹੀ ਜਾਣਾ ਹੈ। ਇਹ ਕਹਿੰਦੇ ਇਹਦੀਆਂ ਅੱਖਾਂ ਭਰ ਆਈਆਂ, ਗਲੇ ਭਰੇ ਗਲੇ ਨਾਲ ਭਰੇ ਮਨ ਨਾਲ ਕਹਿਣ ਲੱਗਾ ਉਹ ਤੁਹਾਡੀ ਖਾਤਰ ਇਹਨਾਂ ਕੀਤਾ ਤੇ ਤੁਸੀਂ ਮੈਨੂੰ ਮੌਤ ਤੋਂ ਨਹੀਂ ਬਚਾ ਸਕਦੇ। ਤੇ ਅੱਗੋਂ ਵਜ਼ੀਰਾਂ ਨੇ ਕਿਹਾ ਨਹੀਂ, ਹੋਰ ਜੋ ਕਮੇ ਤੇ ਕਰਾਂਗੇ, ਪਰ ਆਪਣੀ ਆਈ ਤੇ ਤੈਨੂੰ ਜਾਣਾ ਪੈਣਾ। ਕਹਿੰਦਾ ਫਿਰ ਜੇ ਜਾਣਾ ਪੈਣਾ ਤੇ ਇੱਕ ਕੰਮ ਕਰੋ, ਇੱਕ ਕੋਰਾ ਕਾਗਜ਼ ਲਿਆਓ, ਉਹਦੇ ਉੱਤੇ ਮੈਂ ਕੁਝ ਚੰਦ ਅੱਖਰ ਪਵਾਉਣਾ ਚਾਹੁੰਦਾ, ਜਿਹਨੂੰ ਅਸੀਂ ਵਸੀਅਤ ਕਹਿੰਦੇ। ਜਦੋਂ ਬੁਲਾਏ ਗਏ, ਲਿਖਾਰੀ ਬੁਲਾਇਆ ਗਿਆ, ਐਰਕਾਰ ਵਜ਼ੀਰ ਖੜੇ ਨੇ, ਇਹਨੇ ਕਿਹਾ 3 ਗੱਲਾਂ ਲਿਖਿਓ ਜੀ। ਇਹ 3 ਗੱਲਾਂ ਜਗਤ ਦੇ ਸਾਹਮਣੇ ਰੱਖਣੀਆਂ ਨੇ।
पहली गल इन्हें रखाई भी जदों मैं मर गया ते मेरे जेड़े कानी लगने चाहिए, क्योंकि इत्थों का सिस्टम कुछ होर है। आपां जदों पंजाब इंडिया जाने आ ते जदों किसी मृतक शरीर को शमशान घाट लगे जाने असीं अपना मोढ़ा देने सखे संबंधी उन्होंने 4 भरा कानी लाके लैके जाते ने, चुक के ले जाते हैं। उन्होंने समयां कहने लगा भी जेड़े मेरे कानी लगने ने वो आम बंदे नहीं होने चाहिए, वो दुनिया के मन्ने परमन्ने वैद हकीम होने चाहिए। दूजी गल इन्हें रखाई जदों मेरे शरीर को मोढ़ा दिता जाए, चंगे मन्ने परमन्ने वैद हकीम लगे होण ते मेरे तो पैसों की सुट इन्नी करो नींद आ जाए, दुनिया वेख के हैरान रहे। ते तीजी इन्हें गल रखाई पैसे सुटन तो बाद मेरे दोवें हत्थ मेरे खपण तो मेरे इस जनाजे को बाहर कर दिओ जे। उन्हां पुछया क्यों? कहने लगा दुनिया के लोगों को मैं दसना चाहना कि दुनिया का जेतू बादशाह आज संसार को कूच कर लगा है। कई दफा असीं सोचते हैं कि बंदे कोल पैसा बहुत हुंदा है ते ओनू डॉक्टर हकीम चंगा नहीं लगदा। आम पिंडां दे विच विचारे कई बंदे इसे करके चले जाते हो खर्चे तो जां उन्हां नूं हकीम जां वैद कोई डॉक्टर चंगा नहीं मिलदा। ते वो दसना चाहुंदा सी कि सिकंदर बादशाह कोले दुनिया के मन्ने परमन्ने वैद हकीम सी, ये भी उन्होंने नहीं बचा सके। दुनिया के लोग जदों संसार को कूच करना है चेते रखियो जे भावें वड्डे तो वड्डा डॉक्टर भी आ जाए, जिदन आ गई डॉक्टर नहीं बचा सकता। आई ना मिटन को समर्थ, जिदन आ गई उदन कोई दुनिया की ताकत रोक नहीं सकती, ते जिदन ना आई उदन भावें हजारां बंदे बाहां खड़ियां कर कर कहण जां मार देना, ओदा वाल तक विंगा नहीं होंदा। ये ओदी रजा है, ओदा भाणा है। दूसरा ने क्या कई दफा बंदे डॉक्टरां दी दस पै जांदी या वैद मिल जांदे ने, पर आर्थिक पक्ष तो बंदा कमजोर हुंदा है, ओदे मगर माया लाउण वाला नहीं हुंदा। मैं इस करके दसना चाहना कि मेरे को पैसा इन्ना कसुट दिओ कि सिकंदर बादशाह कोले माया इन्नी सी, ये माया नहीं बचा सकी। ते तीजी गल दुनिया को जितन वाला इंसान आज संसार तो चलिया कि खाली हथ चलिया, क्योंकि नागे आमना नागे जाना हर हुक्म पाया क्या कि जे जिसकी वस्तु सोई ले जाएगा परोस किसे से कीजिए। ये असी ओदी वस्तु में जदों ओने सानू आवाज दी जाना पैना है। परमात्मा करियो जी मैं पहला भी कह आया कुछ नेड़ता ही होंदी है, कुछ रिश्तेदारी नहीं तो गूढ़ी होंदी है। जदों वो जीव जाता है फिर अखां छपदियां है, क्योंकि भाई शिवदेव सिंह की जगह जी वो जिथे बच्चियां के सिर ते साया सन वो होर कोई इंसान नहीं लै सकता। भाई साहब भाई गुरदास जी का बचन है, पिता को प्यार ना पड़ोसी से पाए, भावें चाचे हो भावें ताए ते भावें मामे, होर भी कई रिश्तेदारियां होण, पर जिहड़ी पिता की गल है संतान जिथे पिता ने खड़ना है उथे पिता ही खड़दा है। सो सतगुरु जी कृपा करन आपां सारिआं ने ये अरदास बेनती करनी है। भाई शिवदेव सिंह मुबारक अपने चरणों में निवास बख्शिश करन, पिछे परिवार में सुख शांति भाना मनन दा बख्शिश करन। सारे जने भैन जी उन्होंने घास देखी जाए जी, बच्चों के सिर ते हाथ रखा जी। सतगुरु जी कृपा करन रहम करन, समूह परिवार में भाना मनन दा उद्यम बख्शिश करन। सो मैं आप जियां दे नाल जुड़न विचार कीतियां ने। हुण कुछ परिवार मैंबरों वालों जो आप जी के नाल विचार करनी है, सतगुरु श्री गुरु ग्रंथ साहिब महाराज सच्चे पातशाह जी की हजूरी अंदर भाई शिवदेव सिंह जो श्रद्धा के फुल भेंट करने ने, परिवार जियां वालों बेनती है कि समुची गुरुद्वारा मैनेजमेंट कमेटी ਅਤੇ शहीद भगत सिंह क्लब समूह साथ संत वालों सच्ची सुची उन्होंने श्रद्धांजलि है। केवल समुचे परिवार को यह बेनती है कि एक गुरु प्यारे
ਭਾਈ ਨਰਿੰਦਰ ਸਿੰਘ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਭਾਈ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ, ਕਿਉਂਕਿ ਇਨਸਾਨ ਦੀਆਂ ਯਾਦਾਂ ਹੀ ਆ ਜਿਹੜੀਆਂ ਸਦੀਵ ਕਾਲ ਨਹੀਂ ਰੱਖਦੀਆਂ। ਬੰਦਾ ਤੇ ਚਲਿਆ ਜਾਂਦਾ। ਸਾਹਿਬ ਕਹਿੰਦੇ ਨੇ ਮੂਆ ਪਿਆਰ ਪ੍ਰੀਤ ਹੋਈ, ਮੂਆ ਵੈਰ ਵਾਦੀ, ਵਨ ਗਿਆ ਰੂਪ ਵਿਣਸਿਆ ਦੁਖੀ ਦੇ, ਰੁੜੇ ਕਿੱਥੋਂ ਆਇਆ ਕਹਾਂ ਗਿਆ ਕਹੋ ਨਾ ਕਿਹੋ ਸੀ, ਮਨਮੁਖ ਗੱਲਾਂ ਕੋਈਆਂ ਕੀਤਾ ਜਾਓ, ਰਲੀ ਨਾਨਕ ਸੱਚੇ ਨਾਮ ਮੇਂ ਸਿਰ ਗੁਰ ਪਤ ਪਟ। ਇਹ ਤਾਂ ਇੱਕ ਮਨ ਦੀਆਂ ਤੇ ਮੂੰਹ ਦੀਆਂ ਗੱਲਾਂ ਹੀ ਬੰਦਾ ਕਰਦਾ ਰਹਿੰਦਾ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਚਲਿਆ ਜਾਂਦਾ ਹੈ। ਉਹਨੇ ਸੰਸਾਰ ਵਿੱਚ ਕਿਸ ਤਰ੍ਹਾਂ ਦੀ ਬਣਾਈ, ਉਹਨੇ ਸੰਸਾਰ ਵਿੱਚ ਕਿਸ ਤਰ੍ਹਾਂ ਦਾ ਵਰਤੋਂ ਵਿਹਾਰ ਰੱਖਿਆ, ਇਹ ਕੇਵਲ ਉਹਦੀਆਂ ਯਾਦਾਂ ਨੇ। ਕਿਉਂਕਿ ਵਿਦਵਤਾ ਗੱਲ ਮੰਨਦੀ ਹੈ ਨੇਕ ਅਮਰ ਬੰਦੇ ਨੂੰ ਪਾਰ ਕਰਦੇ, ਬਦੀਆਂ ਕਰਨ ਤੇ ਲਾਲਤਾ ਪੈਂਦੀ। ਜਿਹੜੇ ਨੇਕ ਚੰਗੇ ਕੰਮ ਨੇ ਉਹ ਹਮੇਸ਼ਾ ਬੰਦੇ ਨੂੰ ਜਿਹੜੇ ਨੇ ਜੀਵਤ ਰੱਖਦੇ ਨੇ। ਤੇ ਜੇ ਕੋਈ ਬਦੀ ਕਰੇ, ਜੇ ਕੋਈ ਮਾੜਾ ਘਿਨਾਉਣਾ ਕੰਮ ਕਰਦਾ ਹੈ ਤੇ ਉਹਨੂੰ ਲਾਹਨਤਾਂ ਪੈਂਦੀਆਂ। ਪ੍ਰੋਫੈਸਰ ਸਾਹਿਬ ਸਿੰਘ ਜੀ ਇੱਕ ਗਾਥਾ ਲਿਖਦੇ ਨੇ, ਉਹ ਕਹਿੰਦੇ ਸਟੇਸ਼ਨ ਉੱਤੇ ਦੋ ਜੋੜੇ ਵਿਆਹੇ ਉਤਰੇ, ਸਟੇਸ਼ਨ ਮਾਸਟਰ ਨੂੰ ਪੁੱਛਦੇ ਨੇ ਕਿ ਅਸੀਂ ਰਾਤ ਕੱਟਣੀ ਦੂਰ ਜਾਣਾ ਹੈ, ਕੋਈ ਧਰਮਸ਼ਾਲਾ ਇੱਥੇ ਹੈ? ਤੇ ਕਹਿੰਦੇ ਉਹਨੇ ਇਸ਼ਾਰਾ ਕੀਤਾ ਥੋੜੀ ਦੂਰੀ ਤੇ ਧਰਮਸ਼ਾਲਾ ਹੈ, ਉੱਥੇ ਤੁਹਾਨੂੰ ਕਮਰੇ ਰਹਿਣ ਵਾਸਤੇ ਮਿਲ ਜਾਣ। ਉਹ ਦੋਵੇਂ ਜੋੜੇ ਜਿਹੜੇ ਸਨ ਪਰਿਵਾਰਕ ਜੀ ਉਸ ਧਰਮਸ਼ਾਲਾ ਵਿੱਚ ਗਏ। ਉਹਨੇ ਦਰਵਾਜ਼ੇ ਕਮਰਿਆਂ ਦੇ ਖੋਲ ਦਿੱਤੇ, ਦੋਵਾਂ ਕਮਰਿਆਂ ਵਿੱਚ ਉਹ ਦੋਵੇਂ ਜੋੜੇ ਪ੍ਰਵੇਸ਼ ਕਰ ਗਏ। ਰਾਤ ਪਈ, ਜੋ ਕੁਝ ਲਿਆਂਦਾ ਸੀ ਉਹਨਾਂ ਨੇ ਖਾਧਾ ਪੀਤਾ। ਰਾਤ ਬਤਾਉਣ ਤੋਂ ਬਾਅਦ ਜਦੋਂ ਦਿਨ ਚੜ੍ਹਿਆ ਨਾ, ਉਹਨਾਂ ਦੋਵਾਂ ਨੇ ਦਰਵਾਜ਼ੇ ਬੰਦ ਕੀਤੇ, ਤਾਲਾ ਲਾ ਕੇ ਤੇ ਚਾਬੀ ਮਾਲਕ ਨੂੰ ਦਿੱਤੀ ਤੇ ਚਲੇ ਗਏ। ਹੁਣ ਜਦੋਂ ਮਾਲਕ ਨੇ ਆ ਕੇ ਦਰਵਾਜ਼ੇ ਖੋਲੇ, ਵੇਖਦੇ ਆ ਕਿ ਕੋਈ ਸਮਾਨ ਤੇ ਨਹੀਂ ਉਹਨਾਂ ਦਾ ਰਹਿ ਗਿਆ। ਉਹਨੇ ਜਦੋਂ ਪਹਿਲਾ ਦਰਵਾਜ਼ਾ ਖੋਲਿਆ ਤੇ ਕੀ ਵੇਖਦਾ ਤੇ ਹੱਕਾ ਪੱਕਾ ਹੈ, ਕਿਉਂਕਿ ਉਹ ਜੋ ਕੁਝ ਲਿਆਏ ਸਨ ਛਿੱਲਾ ਵਗੈਰਾ ਖਾ ਕੇ ਉਸ ਤਰ੍ਹਾਂ ਖਿਲਰੀਆਂ ਹੋਈਆਂ, ਲੀੜੇ ਖਿਲਰੇ ਹੋਏ, ਕਮਰੇ ਦਾ ਬਹੁਤ ਬੁਰਾ ਹਾਲ। ਤੇ ਉਸ ਇਨਸਾਨ ਨੇ ਵੇਖ ਕੇ ਨਾ ਇੱਕ ਗੱਲ ਕਹੀ, ਖੁਦਾ ਨੂੰ ਯਾਦ ਕਰਕੇ ਕਹਿਣ ਲੱਗਾ, ਅੱਲਾਹ ਤਾਲਾ मैं बेनती करदा ਇਹੋ ਜਿਹੇ ਇਨਸਾਨ ਮੇਰੀ ਸਰਾਂ ਵਿੱਚ ਕਦੇ ਨਾ ਭੇਜੋ, ਜਿਹੜੇ ਆ ਕੇ ਗੰਦ ਪਾ ਕੇ ਜਾਣ, ਜਿਹੜੇ ਖਰਾਬ ਕਰਕੇ ਜਾਣ। ਜਦੋਂ ਉਹਨੇ ਦੂਜਾ ਦਰਵਾਜ਼ਾ ਖੋਲਿਆ ਤੇ ਵੇਖ ਕੇ ਅਸ਼ ਕਰ ਉੱਠਿਆ। ਕਿਉਂ ਜੀ? ਕਿਉਂਕਿ ਉਸ ਕਮਰੇ ਦਾ ਹਾਲ ਜਿਹੜਾ ਅੱਗੇ ਨਾਲੋਂ ਵੀ ਸੁਧਰਿਆ, ਚਾਦਰ ਵਿਛੀ ਹੋਈ, ਜਿਹੜੀਆਂ ਖਾਧੀਆਂ ਪੀਤੀਆਂ ਛਿੱਲਾਂ ਨੇ ਇੱਕ ਉਹਨਾਂ ਨੇ ਪੋਲੀਥੀਨ ਦੇ ਵਿੱਚ ਪਾ ਕੇ ਨੁਕਰ ਵਿੱਚ ਰੱਖੀਆਂ ਹੋਈਆਂ ਨੇ। ਉਹ ਕੁਝ ਸੁਗੰਧੀ ਲੈ ਕੇ ਆਏ, ਪਰਫਿਊਮ ਲੈ ਕੇ ਆਏ ਸਨ, ਉਹਨਾਂ ਨੇ ਸਾਰੇ ਕਮਰੇ ਵਿੱਚ ਛਿੜਕਿਆ ਹੋਇਆ। ਉਹ ਕੁਝ ਤਸਵੀਰਾਂ ਲੈ ਕੇ ਆਏ ਸਨ, ਉਹ ਤਸਵੀਰਾਂ ਲਾ ਕੇ ਗਏ ਤੇ ਉਹਨੇ ਬੇਨਤੀ ਕੀਤੀ, हे ਖੁਦਾ मैं बेनती करदा जे इंसान संसार इस सराह ਵਿੱਚ ਭੇਜਨੇ ਤੇ ਇਹੋ ਜਿਹੇ ਨੇਕ ਇਨਸਾਨ ਨੇਕ ਬੰਦੇ ਭੇਜੀ ਜਿਹੜੇ ਇਸ ਸਰਾਹ ਨੂੰ ਚਾਰ ਚੰਨ ਲਾ ਕੇ ਜਾਣ। ਭਾਗਾਂ ਵਾਲੇ ਇਸ ਸੰਸਾਰ ਵਿੱਚ ਇੱਕ ਸਰਾਹੀ ਨਹੀਂ ਹੈ। ਜੇ ਆਏ ਆ ਤੇ ਉਦਾਂ ਦਾ ਨਾ ਜੀਵਨ ਬਣਾ ਕੇ ਜਾਈਏ, ਲੋਕ ਜਾਣ ਤੋਂ ਮਗਰੋਂ ਵੀ ਨਾਣ ਨਾ ਪਾਉਣ। ਅਸੀਂ ਜੀਵਨ ਇਦਾਂ ਦਾ ਬਣਾ ਕੇ ਜਾਈਏ, लोग करन भी वो अजे नहीं सी जाना चाहिए। अदीब दा कथन है, जब हम आए जगत में जग हंसा हम रोए, ऐसी करनी कर चलो हम हंसे जग रोना ते पाउंदा पर जगत रो जान तो बाद मनुख सुरखरू होके जाए, कोई दाग न लगे। सो सतगुरु की कृपा करन, आप सब भी आए जी प्रमाण करन, भाई शिवदेव सिंह नूं चरनां विच निवास कोशिश करन, पिछले परिवार में सुख शांति भाना मंगा नंबर कोशिश करन। चंद मिनट वास्ते सरदार जी उपरंत साहिब दा पाठ अरदास मुख वाक होएगा। आप परिवार के जीवन को घास देंदे होए हैं परिवार के नाल दुख का इजहार करने पहुंचे ने, असीं उन्हां दा भी धन्नवाद करते हैं कि उम्मीद करते हैं कि सिखां दीआं जिहड़ियां प्रॉब्लमां ने उन्हां नूं हल करन विच
ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਗੇ। ਇਸ ਤੋਂ ਬਿਨਾਂ ਜਿਹੜੀ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਤੇ ਇੱਥੋਂ ਦੀ ਸਮੂਹ ਸਾਧ ਸੰਗਤ ਵੱਲੋਂ ਬੀਬੀ ਲਵਲੀਨ ਕੌਰ ਕੰਗ ਤੇ ਸਮੂਹ ਪਰਿਵਾਰ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਜਾਵੇ। ਬੀਬੀ ਲਵਲੀਨ ਕੌਰ ਕੰਗ ਤੇ ਹੋਰ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਨੇ, ਭਗਤ ਸਿੰਘ ਕਲੱਬ ਦੇ ਮੈਂਬਰ ਨੇ, ਪਰਿਵਾਰਕ ਮੈਂਬਰ ਨੇ, ਉਹ ਸਟੇਜ ਤੇ ਆਉਣ ਤੇ ਉਹਨਾਂ ਨੂੰ ਜਿਹੜਾ ਯਾਦਗਾਰੀ ਚਿੰਨ੍ਹ ਦੇਣ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਇਸ ਕਰਕੇ ਨਹੀਂ ਅਨਾਉਂਸ ਕੀਤਾ ਕਿ ਵੀਰ ਕੰਗ ਨਾਲ ਬਹੁਤ ਸਾਰੇ ਲੋਕਾਂ ਦਾ ਪਿਆਰ ਸੀ, ਆਪਸੀ ਪਿਆਰ ਸੀ ਤੇ ਆਪਣੇ ਆਪ ਦੀ ਸੰਗਤ ਵਿੱਚੋਂ ਜਿਹੜੇ ਵੀਰ ਭਰਾ ਜਿਹੜੇ ਨੇ ਉੱਠ ਕੇ ਸ਼ਹੀਦ ਭਗਤ ਸਿੰਘ ਕਲੱਬ ਸਮੇਤ ਜਿਹੜੇ ਉਹਨਾਂ ਨਾਲ ਨੇੜਤਾ ਰੱਖਦੇ ਸੀ ਉਹ ਸਟੇਜ ਤੇ ਆਉਣ ਤੇ ਉਹਨਾਂ ਨੂੰ ਜਿਹੜਾ ਸਨਮਾਨ ਚਿੰਨ੍ਹ ਜਿਹੜਾ ਉਹ ਦੇਣਾ ਹੈਗਾ। ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਉਹ ਜਲਦੀ ਤੋਂ ਜਲਦੀ ਆਉਣ ਤੇ ਨਾਲ ਹੀ ਆਪਣੇ ਗਿਆਨੀ ਕੁਲਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਹਾਜ਼ਰ ਹੋ ਕੇ ਉਹਨਾਂ ਨੂੰ ਭੈਣ ਜੀ ਨੂੰ ਸਨਮਾਨ ਚਿੰਨ੍ਹ ਦੇਣ। ਭੈਣ ਜੀ ਲਵਲੀਨ ਕੌਰ ਕੰਗ। ਸਮੂਹ ਸਾਧ ਸੰਗਤ ਵੱਲੋਂ ਬੀਬੀ ਲਵਲੀਨ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ। ਵੈਸੇ ਗੁਰਮਤਿ ਦੇ ਅਨੁਸਾਰ ਅੰਤਮ ਅਰਦਾਸ ਤੋਂ ਬਾਅਦ ਕੋਈ ਵੀ ਜਿਹੜਾ ਕਿਰਿਆਕਰਮ ਬਾਕੀ ਨਹੀਂ ਰਹਿ ਜਾਂਦਾ। ਅੱਜ ਜਿਹੜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਸਮੂਹ ਸਾਧ ਸੰਗਤ ਦਾ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਤਹਿ ਦਿਲੋਂ ਧੰਨਵਾਦ। ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਖਿਮਾ ਦਾ ਜਸ ਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।